ਦਿਸ਼ਾ ਪਰਿਵਰਤਨ ਦੇ ਪ੍ਰੋਗਰਾਮ ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਦੀ ਕਿਰਪਾ ਬਾਰੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮਾਂ ਤੋਂ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੋਵੇਗਾ ਅਤੇ ਤੁਸੀਂ ਆਤਮਿਕ ਰੂਪ ਵਿੱਚ ਹੋਰ ਮਜ਼ਬੂਤ ਹੋ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈਬਲ ਦੇ ਉਮਦਾ ਉਦਾਹਰਨਾਂ ਨੂੰ ਵੇਖਿਆ, ਜਿਨ੍ਹਾਂ ਦੇ ਨਾਮ ਅਯੂਬ ਅਤੇ ਯੂਸਫ ਸੀ। ਇਹਨਾਂ ਨੇ ਕਦੇ ਵੀ ਪਰਮੇਸ਼ਰ ਦੇ ਪ੍ਰਤੀ ਆਪਣੇ ਭਰੋਸੇ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਅਤੇ ਪੂਰੀ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਦੇ ਉੱਤੇ ਨਿਰਭਰ ਰਹੇ ਅਤੇ ਸਾਡੇ ਵਾਸਤੇ ਵਿਸ਼ਵਾਸ ਅਤੇ ਕਿਰਪਾ ਦੀ ਇੱਕ ਉਮਦਾ ਮਿਸਾਲ ਪੇਸ਼ ਕੀਤੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਕਹਾਣੀ ਨੂੰ ਵੇਖਾਂਗੇ, ਜਿਹੜੀ ਕਿ ਟੌਮ ਦੇ ਬਾਰੇ ਹੈ। ਆਓ ਵੇਖਦੇ ਹਾਂ ਕਿ ਪਰਮੇਸ਼ਰ ਸਾਨੂੰ ਕਿਰਪਾ ਬਾਰੇ ਅੱਜ ਕੀ ਸਿਖਾਉਣ ਜਾ ਰਿਹਾ ਹੈ।
ਸਤਾਵੇ। ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ। ਖੌਫ ਖਾਵੇਂਗਾ ਨਾ ਵਿੱਚ ਉਜਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਕਿ ਬਾਈਬਲ ਵਿੱਚ ਕੁਝ ਦ੍ਰਿਸ਼ਟਾਂਤ ਹਨ ਜੋ ਇਸ ਨੂੰ ਸਿੱਧ ਕਰਦੇ ਹਨ। ਇਸ ਵਿੱਚ ਅਯੂਬ, ਯੂਸਫ, ਯਹੂਦੀ ਕੌਮ ਅਤੇ ਪ੍ਰਭੂ ਯਿਸੂ ਦਾ ਜ਼ਿਕਰ ਹੈ। ਅਸੀਂ ਇਹਨਾਂ ਸਾਰਿਆਂ ਬਾਰੇ ਗੌਰ ਕਰ ਸਕਦੇ ਹਾਂ ਅਤੇ ਇਹਨਾਂ ਵਿੱਚੋਂ ਹਰੇਕ ਨੂੰ ਇਹ ਵਿਖਾਵੇਗਾ ਕਿ ਕਿਵੇਂ ਸਾਰੀਆਂ ਵਸਤੂਆਂ ਰਲ ਕੇ ਭਲਾ ਕਰਦੀਆਂ ਹਨ। ਪਰ ਮੈਂ ਸਿਰਫ 2 ਕਹਾਣੀਆਂ ਹੀ ਆਪ ਨੂੰ ਦੱਸਣੀਆਂ ਚਾਹੁੰਦਾ ਹਾਂ ਅਤੇ ਫਿਰ ਅਸੀਂ ਸਮਾਪਤੀ ਕਰਾਂਗੇ। ਅਯੂਬ। ਸਭ ਤੋਂ ਪਹਿਲਾਂ ਮੈਂ ਅਯੂਬ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਮੈਂ ਉਸ ਨੂੰ ਜਾਣਿਆ ਕਿ ਮੈਂ ਇਸ ਰੇਡੀਓ ਸੇਵਾ ਦੇ ਸਾਰੇ ਵਰਿਆਂ ਵਿੱਚ ਅਯੂਬ ਬਾਰੇ ਪ੍ਰਚਾਰ ਨਹੀਂ ਕੀਤਾ ਅਤੇ ਮੈਂ ਸੋਚਦਾ ਹਾਂ ਕਿ ਉਹ ਕਾਰਨ ਜਿਸ ਕਰਕੇ ਮੈਂ ਇਹ ਨਹੀਂ ਕੀਤਾ ਉਹ ਇਹ ਹੈ ਕਿਉਂਕਿ ਮੈਂ ਪਿਛਲੇ ਵਰਿਆਂ ਵਿੱਚ ਵੇਖਿਆ ਹੈ ਕਿ ਜਦੋਂ ਵੀ ਮੈਂ ਕਿਸੇ ਪੁਸਤਕ ਜਾਂ ਵਿਸ਼ੇ ਬਾਰੇ ਪ੍ਰਚਾਰ ਕਰਦਾ ਹਾਂ ਤਦ ਪਰਮੇਸ਼ਵਰ ਮੇਰੇ ਹੋਰ ਜ਼ਿਆਦਾ ਪ੍ਰਭਾਵਸ਼ੀਲ ਹੋਣ ਵਿੱਚ ਮਦਦ ਕਰਨ ਲਈ ਮੇਰੇ ਜੀਵਨ ਵਿੱਚ ਦ੍ਰਿਸ਼ਟਾਂਤਾਂ ਨੂੰ ਭੇਜਦਾ ਹੈ। ਇਸ ਲਈ ਮੈਂ ਅਯੂਬ ਉੱਤੇ ਉਦੋਂ ਤੱਕ ਉਡੀਕ ਕਰਨ ਜਾ ਰਿਹਾ ਹਾਂ ਜਦੋਂ ਤੱਕ ਮੈਂ ਬਸ ਅਬਦੀ ਕਾਲ ਵਿੱਚ ਚਲੇ ਜਾਣ ਲਈ ਤਿਆਰ ਨਹੀਂ ਹਾਂ ਅਤੇ ਫਿਰ ਮੈਂ ਅਯੂਬ ਉੱਤੇ ਖੁੱਲ੍ਹ ਕੇ ਪ੍ਰਚਾਰ ਕਰਾਂਗਾ ਕਿ ਆਪ ਇਸ ਨੂੰ ਠੀਕ ਸਮਝਦੇ ਹੋ। ਮੇਰਾ ਭਾਵ ਹੈ ਕਿ ਅਯੂਬ ਇੱਕ ਇਹੋ ਜਿਹਾ ਮਨੁੱਖ ਸੀ ਜੋ ਇਸ ਸਭ ਦੇ ਵਿੱਚ ਗੁਜ਼ਰਿਆ ਸੀ। ਕਿ ਉਹ ਨਹੀਂ ਸੀ ਗੁਜ਼ਰਿਆ? ਮੈਂ ਆਪ ਨੂੰ ਯਾਦ ਕਰਾ ਦੇਵਾਂ ਕਿ ਬੀਤਿਆ ਕੀ ਸੀ। ਇਹ ਸਭ ਤੋਂ ਵੱਧ ਉਦਾਸੀ ਭਰੀ ਕਹਾਣੀ ਹੈ ਜੋ ਆਪ ਨੇ ਕਦੀ ਵੀ ਸੁਣੀ ਹੋਵੇ। ਇਹ ਇੱਕ ਪਰਿਪੱਕ ਅਤੇ ਧਰਮੀ ਮਨੁੱਖ ਸੀ ਜਿਸ ਬਾਰੇ ਬਾਈਬਲ ਵਿੱਚ ਆਖਿਆ ਗਿਆ ਹੈ ਕਿ ਉਹ ਇੱਕ ਇਹੋ ਜਿਹਾ ਮਨੁੱਖ ਸੀ ਜੋ ਪਰਮੇਸ਼ਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ। ਅਤੇ ਇੱਕੋ ਹੀ ਦਿਨ ਵਿੱਚ ਲੁਟੇਰਿਆਂ ਨੇ ਉਸ ਦੀਆਂ ਬਲਦਾਂ ਦੀਆਂ 500 ਜੋੜੀਆਂ ਅਤੇ ਉਸ ਦੇ 500 ਗਧੇ ਚੋਰੀ ਕਰ ਲਏ ਸਨ। ਬਿਜਲੀ ਦੀ ਲਸ਼ਕ ਨੇ ਉਸ ਦੀਆਂ 7000 ਭੇਡਾਂ ਮਾਰ ਸੁੱਟੀਆਂ ਸਨ। ਕਸਦੀਆਂ ਦੇ ਡਾਕੂਆਂ ਨੇ ਉਸ ਦੇ 3000 ਊਠ ਚੋਰੀ ਕਰ ਲਏ ਅਤੇ ਉਹਦੇ ਸਾਰੇ ਨੌਕਰਾਂ ਨੂੰ ਮਾਰ ਸੁੱਟਿਆ ਸੀ। ਅੰਤ ਵਿੱਚ ਇੱਕ ਮਕਾਨ ਉਹਦੇ 7 ਪੁੱਤਰ ਅਤੇ 3 ਧੀਆਂ ਉੱਤੇ ਡਿੱਗ ਪਿਆ ਅਤੇ ਹੁਣ ਅਯੂਬ ਕੋਲ ਕੁਝ ਵੀ ਬਾਕੀ ਨਹੀਂ ਸੀ ਬਚ ਗਿਆ। ਇੰਨੀਆਂ ਸਾਰੀਆਂ ਦੁਖਤਾਂਤ ਭਰੀਆਂ ਘਟਨਾਵਾਂ ਦੇ ਪ੍ਰਤੀ ਅਯੂਬ ਦੀ ਉੱਤਰਦੇਹੀ ਦਾ ਜ਼ਿਕਰ ਅਯੂਬ ਦੀ ਪੁਸਤਕ ਦੇ ਪਹਿਲੇ ਅਧਿਆਏ ਦੇ ਅੰਤ ਵਿੱਚ ਕੀਤਾ ਗਿਆ ਹੈ। ਆਪ ਨੂੰ ਇਸ ਨੂੰ ਕਦੇ-ਕਦੇ ਪੜ੍ਹ ਲੈਣਾ ਚਾਹੀਦਾ ਹੈ। ਇਹ ਇਸ ਤਰ੍ਹਾਂ ਹੈ, ਅਯੂਬ 1 ਅਧਿਆਏ 21। ਮੈਂ ਆਪਣੀ ਮਾਤਾ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਉੱਪਰ ਨੂੰ ਮੁੜ ਜਾਵਾਂਗਾ। ਯਹੋਵਾ ਨੇ ਦਿੱਤਾ, ਯਹੋਵਾ ਨੇ ਹੀ ਲੈ ਲਿਆ, ਯਹੋਵਾ ਦਾ ਨਾਮ ਮੁਬਾਰਕ ਹੋਵੇ। ਇਹ ਅਯੂਬ ਦੀ ਉੱਤਰਦੇਹੀ ਸੀ। ਅਯੂਬ ਨੇ ਪਹਿਲੀ ਪ੍ਰੀਖਿਆ ਪਾਸ ਕਰ ਲਈ ਪਰ ਪਰਮੇਸ਼ਰ ਅਜੇ ਉਸ ਨਾਲ ਨਿਪਟ ਰਿਹਾ ਸੀ। ਕੀ ਆਪ ਇਸ ਉੱਤੇ ਵਿਸ਼ਵਾਸ ਕਰ ਸਕਦੇ ਹੋ? ਇਹ ਤਾਂ ਹੁਣ ਹੋਰ ਵੀ ਪੈੜਾ ਹੋਣ ਜਾ ਰਿਹਾ ਹੈ। ਫਿਰ ਅਯੂਬ ਦੇ ਸਿਰ ਤੋਂ ਪੈਰਾਂ ਤੱਕ ਫੋੜੇ ਭਰ ਗਏ ਸਨ ਅਤੇ ਉਸ ਦੇ ਦੋਸਤ ਸਮਝੇ ਜਾਣ ਵਾਲੇ ਉਸ ਨੂੰ ਦਿਲਾਸਾ ਦੇਣ ਆਏ ਅਤੇ ਉਹਨੂੰ ਆਖਦੇ ਹਨ ਕਿ ਜੇਕਰ ਉਹ ਉਸ ਦੇ ਪਾਪਾਂ ਦੇ ਅਨੁਸਾਰ ਬਿਮਾਰ ਹੈ ਤਦ ਉਹ ਓਨਾ ਬਿਮਾਰ ਨਹੀਂ ਜਿੰਨਾ ਬਿਮਾਰ ਉਸ ਨੂੰ ਹੋਣਾ ਚਾਹੀਦਾ ਹੈ। ਹੁਣ ਕੀ ਹੈ? ਇੱਕ ਮਹਾਨ ਹੌਸਲਾ ਅਫਜਾਈ ਨਹੀਂ ਹੈ। ਅਯੂਬ, ਤੂੰ ਸੋਚਦਾ ਹੈ ਕਿ ਇਹ ਬੁਰਾ ਹੋਇਆ ਹੈ, ਪਰ ਜੇਕਰ ਤੈਨੂੰ ਤੇਰੇ ਪਾਪਾਂ ਦੇ ਅਨੁਸਾਰ ਫਲ ਮਿਲਦਾ ਹੈ ਤਾਂ ਤੂੰ ਇਸ ਨਾਲੋਂ ਕਿਤੇ ਹੋਰ ਜ਼ਿਆਦਾ ਬਿਮਾਰ ਹੋਣਾ ਸੀ। ਅਤੇ ਫਿਰ ਉਸ ਦੀ ਪਤਨੀ ਉਸ ਦੀ ਹੌਸਲਾ ਅਫਜਾਈ ਕਰਨ ਨੂੰ ਆਈ ਅਤੇ ਉਸ ਦਾ ਮਸ਼ਵਰਾ ਇਹ ਸੀ, ਅਯੂਬ ਬਸ ਪਰਮੇਸ਼ਰ ਨੂੰ ਸ਼ਰਾਪ ਦੇ ਅਤੇ ਮਰ ਜਾ। ਜੇਕਰ ਆਪ ਇਸ ਉੱਤੇ ਮੈਨੂੰ ਧਿਆਨ ਕਰ ਦਿਓ ਤਦ ਮੈਂ ਵੇਖਦਾ ਹਾਂ ਕਿ ਅਯੂਬ ਦੇ ਸਾਰੇ ਬੱਚੇ ਖੋ ਗਏ ਪਰ ਪਰਮੇਸ਼ਰ ਨੇ ਉਸ ਦੀ ਪਤਨੀ ਨੂੰ ਰੱਖ ਛੱਡਿਆ ਸੀ। ਇਹ ਸਭ ਕੀ ਹੈ? ਅਤੇ ਇੱਥੇ ਇੱਕ ਭਲੀ ਗੱਲ ਜੋ ਆਪ ਨੂੰ ਦੱਸਦਾ ਹਾਂ ਉਹ ਇਹ ਹੈ ਕਿਉਂਕਿ ਉਹ ਉਹਦੇ ਨਾਲ ਰਹੀ ਸੀ। ਉਸ ਕੋ 2 ਨਹੀਂ ਸੀ ਵਿਆਹੀਆਂ ਜਦੋਂ ਪਰਮੇਸ਼ਰ ਨੇ ਅਯੂਬ ਨੂੰ ਬੱਚੇ ਵਾਪਸ ਦਿੱਤੇ ਸਨ। ਆਪ ਨੂੰ ਯਾਦ ਹੈ ਕੀ ਬੀਤਿਆ ਸੀ ਜਦੋਂ ਉਹ ਵਾਪਸ ਆਇਆ
ਤਦ ਪਰਮੇਸ਼ਰ ਨੇ ਉਸ ਨਾਲੋਂ ਦੁੱਗਣਾ ਉਸ ਨੂੰ ਬਖਸ਼ੇ ਸਨ। ਜੀ ਹਾਂ, ਉਹ ਇੱਕ ਹੋਰ ਪਤਨੀ ਨੂੰ ਨਹੀਂ ਸੀ ਸੰਭਾਲ ਸਕਦਾ ਜਿਸ ਤਰ੍ਹਾਂ ਉਸਨੇ ਪਹਿਲੀ ਨੂੰ ਸੰਭਾਲਿਆ ਸੀ। ਮੇਰਾ ਭਾਵ ਹੈ ਕਿ ਉਹ ਉਸ ਲਈ ਬਿਲਕੁਲ ਕੋਈ ਮਦਦ ਕਰਨ ਵਾਲੀ ਨਹੀਂ ਸੀ। ਪਰ ਅਯੂਬ ਇਹ ਸਭ ਦੇ ਰਾਹੀਂ 23 ਅਧਿਆਇ 10 ਵਿੱਚ ਪਹੁੰਚ ਕੇ ਆਖਦਾ ਹੈ, ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ, ਜਦ ਕਦੀ ਉਸ ਨੇ ਮੈਨੂੰ ਤਾਇਆ ਤੇ ਮੈਂ ਸੋਨੇ ਵਾਂਗੂ ਨਿਕਲਾਂਗਾ। ਇਸ ਕਰਕੇ ਅਸੀਂ ਅਯੂਬ ਨੂੰ ਪਸੰਦ ਕਰਦੇ ਹਾਂ, ਕਿਉਂਕਿ ਅਯੂਬ ਇਸ ਦੇ ਸਭ ਵਿੱਚ ਗੁਜ਼ਰਿਆ ਸੀ, ਪਰ ਉਸ ਨੇ ਆਪਣੀ ਆਸ ਅਤੇ ਪਰਮੇਸ਼ਰ ਨਾਲ ਆਪਣੇ ਸੰਬੰਧ ਨੂੰ ਨਹੀਂ ਸੀ ਖੋਇਆ, ਅਤੇ ਉਹ ਜਾਣਦਾ ਸੀ ਕਿ ਰੋਮੀਓ 8 ਅਧਿਆਇ 28 ਦੇ ਸਭ ਵਚਨ ਕਿਸ ਚੀਜ਼ ਨਾਲ ਜੁੜੇ ਹੋਏ ਹਨ। ਉਹ ਜਾਣਦਾ ਸੀ ਕਿ ਪਰਮੇਸ਼ਰ ਇਸ ਦੇ ਯੋਗ ਹੈ ਸੀ ਅਤੇ ਪਰਮੇਸ਼ਰ ਨੇ ਉਸ ਦੇ ਜੀਵਨ ਨੂੰ ਬਦਲਣ ਲਈ ਕੁਝ ਕਰਨਾ ਚਾਹਿਆ ਸੀ। ਇਸ ਤੋਂ ਬਾਅਦ ਅਸੀਂ ਯੂਸੁਫ ਬਾਰੇ ਗੌਰ ਕਰਦੇ ਹਾਂ। ਯੂਸੁਫ ਬਾਈਬਲ ਵਿੱਚ ਵਰਣਨ ਕੁਝ ਵਿਅਕਤੀਆਂ ਵਿੱਚ ਇੱਕ ਹੈ ਜਿਸ ਦੇ ਬਾਰੇ ਕਦੇ ਵੀ ਕੋਈ ਬੁਰਾ ਬਿਆਨ ਨਹੀਂ ਕੀਤਾ ਗਿਆ। ਉਹ ਇੱਕ ਇਹੋ ਜਿਹੇ ਘਰਾਣੇ ਵਿੱਚ ਜਨਮਿਆ ਸੀ ਜਿੱਥੇ ਉਸ ਦੇ ਪਿਤਾ ਨੇ ਝਟਪਟ ਉਸ ਨੂੰ ਆਪਣਾ ਮਨਭਾਊ ਪੁੱਤਰ ਬਣਾ ਲਿਆ ਸੀ। ਇਸ ਨੇ ਉਸ ਘਰਾਣੇ ਦੇ ਅੰਦਰ ਬੱਚਿਆਂ ਵਿਚਕਾਰ ਹਰ ਪ੍ਰਕਾਰ ਦੀ ਆਪਸੀ ਵਿਰੋਧ ਪੈਦਾ ਕਰ ਦਿੱਤਾ ਸੀ। ਉਸ ਦੇ ਭਰਾ ਉਸ ਨਾਲ ਘਿਰਨਾ ਕਰਦੇ ਸਨ। ਜਦੋਂ ਯੂਸੁਫ 17 ਸਾਲ ਦਾ ਸੀ ਤਦ ਉਸ ਦੇ ਪਿਤਾ ਨੇ ਉਸ ਦੇ ਭਰਾਵਾਂ ਦੀ ਨਿਗਰਾਨੀ ਕਰਨ ਲਈ ਉਸ ਨੂੰ ਭੇਜਿਆ ਸੀ, ਅਤੇ ਆਪ ਨੂੰ ਉਹ ਕਹਾਣੀ ਯਾਦ ਹੀ ਹੈ। ਇਸ ਤੋਂ ਬਾਅਦ ਗਿਰਾਵਟ ਸ਼ੁਰੂ ਹੁੰਦੀ ਹੈ। ਯੂਸੁਫ ਨੇ ਆਪਣੇ ਭਰਾਵਾਂ ਨੂੰ ਭਾਲ ਲਿਆ ਸੀ। ਉਹਨਾਂ ਨੇ ਉਸ ਨੂੰ ਇੱਕ ਸੁੱਕੇ ਹੋਏ ਖੂਹ ਵਿੱਚ ਸੁੱਟ ਦਿੱਤਾ, ਅਤੇ ਫਿਰ ਥੋੜੇ ਚਿਰ ਬਾਅਦ ਉਸਨੇ ਪਾਸਿਓਂ ਗੁਜ਼ਰਨ ਵਾਲੇ ਮਦਿਆਨੀ ਵਪਾਰੀਆਂ ਕੋਲ ਵੇਚ ਦਿੱਤਾ ਸੀ। ਉਹਨਾਂ ਮਦਿਆਨੀਆਂ ਯੂਸੁਫ ਨੂੰ ਮਿਸਰ ਲਿਜਾ ਕੇ ਪੋਤੀਪੋਰਾ ਕੋਲ ਵੇਚ ਦਿੱਤਾ, ਜੋ ਫਿਰੌਨ ਦੇ ਸਿਪਾਹੀਆਂ ਵਿੱਚੋਂ ਇੱਕ ਸੀ। ਕੁਝ ਸਮੇਂ ਲਈ ਯੂਸੁਫ ਨੇ ਪੋਤੀਪੋਰਾ ਨੂੰ ਖੁਸ਼ਹਾਲ ਕੀਤਾ, ਪਰ ਜਦੋਂ ਪੋਤੀਪੋਰਾ ਦੀ ਪਤਨੀ ਨੇ ਯੂਸੁਫ ਨੂੰ ਘਿਉਣਾ ਕੰਮ ਕਰਨ ਲਈ ਲਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਨਹੀਂ ਸੀ ਮੰਨਿਆ, ਤਦ ਯੂਸੁਫ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਨੇ ਆਪਣੀ ਜ਼ਿੰਦਗੀ ਦੇ ਅਗਲੇ 2 ਸਾਲ ਜੇਲ੍ਹ ਵਿੱਚ ਹੀ ਗੁਜ਼ਾਰੇ ਸਨ। ਅੰਤ ਵਿੱਚ ਯੂਸੁਫ ਨੂੰ ਫਿਰੌਨ ਦੁਆਰਾ ਰਾਜੇ ਦੇ ਸੁਪਨਿਆਂ ਦਾ ਅਰਥ ਦੱਸਣ ਲਈ ਬੁਲਾਇਆ ਗਿਆ ਸੀ, ਅਤੇ ਜਦੋਂ ਯੂਸੁਫ ਇਸ ਦਾ ਸਹੀ ਅਰਥ ਦੱਸਦਾ ਹੈ ਤਦ ਉਸ ਨੂੰ ਜੇਲ੍ਹ ਵਿੱਚੋਂ ਛੱਡ ਕੇ ਮਿਸਰ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ। ਇੱਕੋ ਹੀ ਦਿਨ ਵਿੱਚ ਉਹ ਕੈਦ ਤੋਂ ਰਾਜਾ ਦੇ ਮਹਿਲ ਤੱਕ ਉੱਚਾ ਕੀਤਾ ਗਿਆ ਸੀ, ਅਤੇ ਮਿਸਰ ਵਿੱਚ ਆਏ ਵੱਡੇ ਅਕਾਲ ਦੇ ਦੌਰਾਨ ਯੂਸੁਫ ਨੇ ਰਾਜੇ ਦੁਆਰਾ ਉਸ ਦੇ ਸਾਰੇ ਰਾਜ ਦੇ ਇਲਾਕੇ ਵਿਚਲੀਆਂ ਭੋਜਨ ਵਸਤੂਆਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਦੇਖਭਾਲ ਕਰਨ ਲਈ ਠਹਿਰਾਇਆ ਗਿਆ ਸੀ। ਹੁਣ ਉਹ ਉਸ ਦੇ ਸਾਰੇ ਇਲਾਕੇ ਲਈ ਭੋਜਨ ਵੰਡਣ ਦਾ ਇੰਤਜ਼ਾਮ ਕਰਦਾ ਹੈ। ਹੁਣ ਇਸ ਉੱਤੇ ਗੌਰ ਕਰੋ। ਇਸ ਸਮੇਂ ਦੇ ਦੌਰਾਨ ਉਸ ਦੇ ਭਰਾ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਮਿਸਰ ਵਿੱਚੋਂ ਗੁਲਾਮ ਵਜੋਂ ਵੇਚ ਕੇ ਭੇਜਿਆ ਸੀ, ਉਹ ਵਾਪਸ ਗੋਸ਼ਨ ਵਿੱਚ ਆਪਣੇ ਪਿਤਾ ਨਾਲ ਆਏ ਹੋਏ ਹਨ, ਅਤੇ ਉਹ ਉੱਥੇ ਫਿਰ ਆਪਣੇ ਪਿਤਾ ਨਾਲ ਹੈ। ਅਤੇ ਉਹ ਆਖਦਾ ਹੈ, ਉਹਦੇ ਪਿਤਾ ਨੇ ਲੜਕਿਆਂ ਨੂੰ ਆਖਿਆ, ਤੁਸੀਂ ਹੁਣ ਮਿਸਰ ਨੂੰ ਜਾਓ ਅਤੇ ਵੇਖੋ ਜੇਕਰ ਤੁਸੀਂ ਕੁਝ ਅਨਾਜ ਪ੍ਰਾਪਤ ਕਰ ਸਕੋ। ਉਹਨਾਂ ਨੂੰ ਇਸ ਬਾਰੇ ਕੋਈ ਚਿੱਤ ਚੇਤਾ ਵੀ ਨਹੀਂ ਸੀ ਕਿ ਉਹਨਾਂ ਦਾ ਭਰਾ ਜਿਸ ਨੂੰ ਉਹਨਾਂ ਨੇ ਗੁਲਾਮ ਵਿੱਚ ਵੇਚ ਦਿੱਤਾ ਸੀ, ਹੁਣ ਉਹ ਮਿਸਰ ਰਾਜੇ ਤੋਂ ਦੂਸਰੇ ਥਾਂ ਤੇ ਇਖਤਿਆਰ ਰੱਖਣ ਵਾਲਾ ਵਿਅਕਤੀ ਸੀ। ਇਸ ਤਰ੍ਹਾਂ ਇਹ ਸਾਰੀ ਕਹਾਣੀ ਇਹੋ ਜਿਹੀ ਡਰਾਮਾ ਹੀ ਹੈ। ਮੇਰਾ ਭਾਵ ਮੈਨੂੰ ਯੂਸੁਫ ਦੀ ਕਹਾਣੀ ਬਹੁਤ ਪਸੰਦ ਹੈ। ਆਖਰਕਾਰ ਇਸ ਦੇ ਵਿਚਕਾਰ ਕੁਝ ਹੋਰ ਘਟਨਾਵਾਂ ਵਾਪਰਨ ਤੋਂ ਬਾਅਦ ਹੁਣ ਯੂਸੁਫ ਦੇ ਅੱਗੇ ਖੜੇ ਹਨ, ਅਤੇ ਯੂਸੁਫ ਨੂੰ ਰੋਣ ਵਾਲੀ ਉਸ ਕਮਰੇ ਤੋਂ ਬਾਹਰ ਜਾਣਾ ਪਿਆ ਸੀ ਕਿਉਂਕਿ ਉਸ ਨੇ ਆਪਣੇ ਭਰਾ ਨੂੰ ਵੇਖਿਆ ਸੀ। ਅਤੇ ਅੰਤ ਵਿੱਚ ਯੂਸੁਫ ਆਪਣੇ ਭਰਾ ਨੂੰ ਆਖਦਾ ਹੈ, ਸੁਣੋ ਭਾਈ, ਇਹ ਮੈਂ ਹਾਂ, ਮੈਂ ਤੁਹਾਡਾ ਭਰਾ ਯੂਸੁਫ ਹਾਂ, ਅਤੇ ਸੱਚਮੁੱਚ ਆਪ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਇਹ ਮਨੁੱਖ ਜਿਨ੍ਹਾਂ ਨੇ ਉਸ ਨੂੰ ਖੂਹ ਵਿੱਚ ਸੁੱਟਿਆ ਸੀ ਅਤੇ ਫਿਰ ਵੇਚ ਦਿੱਤਾ ਸੀ, ਹੁਣ ਉਹ ਪ੍ਰਧਾਨ ਮੰਤਰੀ ਯੂਸੁਫ ਦੇ ਸਾਹਮਣੇ ਖੜੇ ਹਨ ਅਤੇ ਹੁਣ ਇੱਕ ਵੱਡੀ ਮੁਸੀਬਤ ਵਿੱਚ ਹਨ। ਉਹ ਇੱਕ ਕਸ਼ਟ ਦੇ ਜਗਤ ਵਿੱਚ ਹਨ। ਆਪ ਜਾਣਦੇ ਹੋ ਜੋ ਮੈਂ ਕੀ ਆਖ ਰਿਹਾ ਹਾਂ। ਇਹ ਬੰਦਾ ਯੂਸੁਫ ਹੁਣ ਇੱਕੋ ਹੀ ਸਾਹ ਉਹਨਾਂ ਸਾਰਿਆਂ ਦਾ ਸਫਾਇਆ ਕਰਨ ਦੀ ਸ਼ਕਤੀ ਰੱਖਦਾ ਹੈ। ਪਰ ਪੁਰਾਣੇ ਨੇਮ ਦੀ ਰੋਮੀਓ 8 ਦੇ 28 ਵਿੱਚ ਕੀ ਵਰਤਦਾ ਹੈ? ਉਤਪਤ 50 ਦੇ 20 ਵਚਨ, ਤੁਸੀਂ ਤਾਂ ਮੇਰੇ ਵਿਰੋਧ ਬੁਰਾਈ ਦਾ ਦਾਇਆ ਕੀਤਾ, ਪਰ ਪਰਮੇਸ਼ਰ ਨੇ ਉਸ ਨੂੰ ਭਲਾਈ ਦਾ ਦਾਇਆ ਬਣਾਇਆ। ਮੈਂ ਇਸ ਨੂੰ ਇੱਕੋ ਹੀ ਵਾਰ ਫਿਰ ਆਪ ਲਵਾਂ, ਤੁਸੀਂ ਤਾਂ ਮੇਰੇ ਵਿਰੁੱਧ ਬੁਰਾਈ ਦਾ ਦਾਵਾ ਕੀਤਾ, ਪਰ ਪਰਮੇਸ਼ਰ ਨੇ ਉਸ ਨੂੰ ਭਲਾਈ ਦਾ ਦਇਆ ਬਣਾਇਆ, ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦੇ ਰੱਖ ਜਾਵਾਂ। ਇਸੇ ਵੇਲੇ ਹੋਇਆ ਹੈ। ਆਪ ਗੌਰ ਕਰੋ, ਉਹਨਾਂ ਨੇ ਸੋਚਿਆ ਸੀ ਕਿ ਉਹ ਤਾਂ ਕੁਝ ਭਿਆਨਕ ਹੀ ਕਰ ਰਹੇ ਹਨ, ਅਤੇ ਇਹ ਭਿਆਨਕ ਹੈ ਹੀ ਸੀ। ਇਹ ਗਲਤ ਸੀ, ਪਰ ਪਰਮੇਸ਼ਰ ਨੇ ਉਹਨਾਂ ਦੀ ਬੁਰਾਈ ਨੂੰ ਉਸ ਦੀ ਭਲਾਈ ਵਿੱਚ ਬਦਲ ਦਿੱਤਾ ਸੀ, ਤਾਂ ਕਿ ਸਾਰਾ ਜਗਤ ਭੁੱਖਾ
ਮਰੀ ਤੋਂ ਬਚਾਇਆ ਜਾ ਸਕੇ। ਯੂਸਫ ਨੂੰ ਇਸੇ ਹੀ ਕਰਕੇ ਇਹੋ ਜਿਹੇ ਸਥਾਨ ਤੱਕ ਉੱਚਾ ਚੁੱਕਿਆ ਜਾਵੇਗਾ। ਇੱਥੇ ਉਹ ਸਭ ਦੇ ਲਈ ਮੁਕਤੀ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਯਕੂਬ ਦੇ ਰਾਹੀਂ ਹੀ ਹੋਇਆ ਸੀ। ਇਸਰਾਇਲ ਕੌਮ ਉਹੀ ਬਣੀ ਸੀ ਜੋ ਉਹ ਸੀ। ਕੀ ਆਪ ਨਹੀਂ ਸਮਝਦੇ ਕਿ ਹੇ ਮਨੁੱਖੋ ਅਤੇ ਔਰਤੋ, ਸਾਡੀਆਂ ਸਮੱਸਿਆ ਇਹੀ ਹੈ ਕਿ ਅਸੀਂ ਹਮੇਸ਼ਾ ਤੰਗ ਨਜ਼ਰੀਏ ਹੀ ਰੱਖਣਾ ਚਾਹੁੰਦੇ ਹਾਂ। ਅਸੀਂ ਹਮੇਸ਼ਾ ਠੀਕ ਹੋਣ ਲਈ ਹੀ ਉੱਤਰ ਚਾਹੁੰਦੇ ਹਾਂ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਪਰਮੇਸ਼ਰ ਝਟਪਟ ਮਸਲਿਆਂ ਦਾ ਹੱਲ ਕੱਢ ਦੇਵੇ। ਕਦੇ ਕਦੇ ਇਹ ਪ੍ਰੋਜੈਕਟ 3 ਜਾਂ 5 ਜਾਂ 6 ਘੰਟਿਆਂ ਦਾ ਹੁੰਦਾ ਹੈ ਅਤੇ ਅਸੀਂ ਉਸ ਉਲਝਣ ਨੂੰ ਅੱਧੇ ਘੰਟੇ ਵਿੱਚ ਹੀ ਸੁਲਝਾਉਣਾ ਚਾਹੁੰਦੇ ਹਾਂ। ਅਤੇ ਉਹ ਜਿਸ ਦੀ ਮੈਂ ਅੱਜ ਆਪ ਅੱਗੇ ਅਪੀਲ ਕਰਨੀ ਚਾਹੁੰਦਾ ਹਾਂ ਉਹ ਇਹ ਹੈ, ਜੋ ਆਪ ਜਾਣਦੇ ਹੋ, ਜਦੋਂ ਆਪ ਕੀ ਜਾਣਦੇ ਹੋ, ਆਪ ਜਾਣਦੇ ਹੋ ਭਾਈ, ਸਾਰੀਆਂ ਵਸਤੂਆਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਜੋ ਪਰਮੇਸ਼ਰ ਨੂੰ ਪ੍ਰੇਮ ਕਰਦੇ ਹਨ ਅਤੇ ਜੋ ਪਰਮੇਸ਼ਰ ਦੀਆਂ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ। ਤੁਸੀਂ ਇਹ ਜਾਣਦੇ ਹੋ। ਅਤੇ ਜਦੋਂ ਆਪ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਜਿਸ ਤਰ੍ਹਾਂ ਆਪ ਨੂੰ ਮਹਿਸੂਸ ਕਰਨਾ ਚਾਹੀਦਾ ਹੈ, ਉਸ ਨੂੰ ਜਾਣੋ ਜੋ ਆਪ ਜਾਣਦੇ ਹੋ, ਕਿਉਂਕਿ ਜੋ ਕੁਝ ਆਪ ਜਾਣਦੇ ਹੋ, ਜਿਸ ਨੂੰ ਆਪ ਪੂਰੀ ਤਰ੍ਹਾਂ ਨਿਸ਼ਚਿੰਤ ਨਾਲ ਗਲੇ ਲਗਾ ਸਕਦੇ ਹੋ। ਅਤੇ ਉਹ ਪਰਮੇਸ਼ਰ ਜਿਸ ਨੇ ਆਪ ਨੂੰ ਇਹ ਸੱਚਾਈ ਬਖਸ਼ੀ ਹੈ, ਉਹ ਆਪ ਨੂੰ ਉਹਨਾਂ ਮੁਸ਼ਕਲਾਂ ਦਿਨਾਂ ਦੇ ਵਿੱਚੋਂ ਵੀ ਕੱਢ ਲਿਆਵੇਗਾ ਜੋ ਆਪ ਲਈ ਜਰਾ ਵੀ ਮਾਇਨਾ ਨਹੀਂ ਰੱਖਦੇ। ਅਤੇ ਇਹ ਸਭ ਦੇ ਰਾਹੀਂ, ਇਹ ਸਭ ਕੁਝ ਦੇ ਰਾਹੀਂ ਆਪ ਜਾਣੋਗੇ ਕਿ ਸਵਰਗ ਵਿੱਚ ਇੱਕ ਪਰਮੇਸ਼ਰ ਹੈ ਜੋ ਅਜੇ ਵੀ ਸਭ ਉੱਤੇ ਨਿਗਰਾਨੀ ਰੱਖਣ ਵਾਲਾ ਹੈ। ਅਤੇ ਹੋ ਸਕਦਾ ਹੈ ਕਿ ਇਸ ਦਾ ਫੈਸਲਾ ਇੱਥੇ ਹੇਠਾਂ ਧਰਤੀ ਉੱਤੇ ਨਾ ਹੋਵੇ, ਪਰ ਮੈਂ ਆਪ ਨਾਲ ਵਾਅਦਾ ਕਰਦਾ ਹਾਂ ਕਿ ਇੱਕ ਦਿਨ ਉਹ ਫੈਸਲਾ ਓਨਾ ਸਪਸ਼ਟ ਹੋਵੇਗਾ ਜਿੰਨਾ ਕਿ ਆਪ ਦਾ ਹੱਥ ਆਪ ਦੇ ਚਿਹਰੇ ਦੇ ਸਾਹਮਣੇ ਹੁੰਦਾ ਹੈ, ਕਿਉਂਕਿ ਪਰਮੇਸ਼ਰ ਸਭ ਕੁਝ ਭਲਾ ਕਰਦਾ ਹੈ ਔਰ ਸਭ ਕੁਝ ਸਭ ਲਈ ਭਲਾ ਹੀ ਕਰਦਾ ਹੈ। ਇਸ ਲਈ ਸਾਰੀਆਂ ਵਸਤੂਆਂ ਮਿਲ ਕੇ ਸਭ ਲਈ ਭਲਾ ਹੀ ਕਰਦੀਆਂ ਹਨ ਜੋ ਪਰਮੇਸ਼ਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ। ਸਰੋਤਾ ਦੋਸਤੋ, ਅਸੀਂ ਕਿਰਪਾ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ ਅਤੇ ਕਿਰਪਾ ਨੂੰ ਜੌਨ ਨਿਊਟਨ ਦੀਆਂ ਨਜ਼ਰਾਂ ਰਾਹੀਂ ਤੱਕਦੇ ਆ ਰਹੇ ਹਾਂ। ਅਤੇ ਹੁਣ ਆਪ ਜਾਣਦੇ ਹੋ ਕਿ ਜੌਨ ਨਿਊਟਨ ਅਮੇਜ਼ਿੰਗ ਗ੍ਰੇਸ ਹਾਊ ਸਵੀਟ ਦਾ ਸਾਊਂਡ ਨਾਮਕ ਭਜਨ ਦਾ ਲਿਖਣ ਵਾਲਾ ਸੀ। ਉਸਨੇ ਇਹ ਭਜਨ 1773 ਈਸਵੀ ਵਿੱਚ ਲਿਖਿਆ ਸੀ ਅਤੇ ਭਾਵੇਂ ਅਮਰੀਕਾ, ਇੰਗਲੈਂਡ ਜਾਂ ਕੋਈ ਵੀ ਅੰਗਰੇਜ਼ੀ ਭਾਸ਼ਾ ਬੋਲਣ ਵਾਲਾ ਜਗਤ ਦਾ ਇਲਾਕਾ ਹੋਵੇ, ਇਹ ਭਜਨ ਅੱਜ ਵੀ ਹਰ ਭਜਨਾਂ ਦਾ ਚਾਰਟ ਵਿੱਚ ਸਭ ਤੋਂ ਚੋਟੀ ਦਾ ਭਜਨ ਹੈ। ਇਹ ਭਜਨ ਇਸੇ ਕਰਕੇ ਮਹਾਨ ਨਹੀਂ ਹੈ ਕਿਉਂਕਿ ਇਸ ਦੀ ਲੈਅ ਅਦਭੁਤ ਹੈ। ਇਹ ਇੱਕ ਮਹਾਨ ਭਜਨ, ਇਹ ਇੱਕ ਰੋਚਕ ਮਨੁੱਖ ਦੇ ਦੁਆਰਾ ਲਿਖਿਆ ਗਿਆ ਸੀ, ਪਰ ਪ੍ਰਮੁੱਖ ਤੌਰ ਤੇ ਇਹ ਭਜਨ ਇਸ ਦੇ ਦੁਆਰਾ ਦਿੱਤੇ ਜਾਣ ਵਾਲੇ ਸੰਦੇਸ਼ ਦੇ ਕਰਕੇ ਮਹਾਨ ਹੈ ਅਤੇ ਉਹ ਸੰਦੇਸ਼ ਪਰਮੇਸ਼ਰ ਦੀ ਕਿਰਪਾ ਹੈ। ਮੈਂ ਸੋਚਦਾ ਹਾਂ ਕਿ ਅਸਾਂ ਸਭਨਾਂ ਨੇ ਇਹਨਾਂ ਦਿਨਾਂ ਦੇ ਦੌਰਾਨ ਜੋ ਅਸੀਂ ਕਿਰਪਾ ਬਾਰੇ ਪਹਿਲਾਂ ਜਾਣਦੇ ਸੀ, ਉਸ ਨਾਲੋਂ ਬਹੁਤ ਜ਼ਿਆਦਾ ਹੋਰ ਸਿੱਖਿਆ ਹੈ ਅਤੇ ਪਰਮੇਸ਼ਰ ਦੀ ਜੋ ਕੁਝ ਸਾਡੇ ਬਚਾਏ ਜਾਣ ਦੇ ਵਕਤ ਸਾਡੇ ਨਾਲ ਬੀਤਦਾ ਹੈ, ਉਸ ਨਾਲੋਂ ਬਹੁਤ ਵੱਧ ਕੇ ਹੈ। ਪਰ ਪਰਮੇਸ਼ਰ ਦੀ ਕਿਰਪਾ ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ ਸਭ ਵਿੱਚ ਵੀ ਸਾਡੇ ਉੱਤੇ ਪ੍ਰਭਾਵ ਪਾਉਂਦੀ ਹੈ। ਅੱਜ ਦੇ ਸਬਕ ਲਈ ਜੌਨ ਨਿਊਟਨ ਦੇ ਭਜਨ ਵਿੱਚ ਜਿਸ ਲਾਈਨ ਨੂੰ ਲਿਆ ਗਿਆ ਹੈ ਉਹ ਇਸ ਤਰ੍ਹਾਂ ਹੈ, ਪਾਪ ਜਦੋਂ ਅਸੀਂ ਉੱਥੇ ਸੂਰਜ ਵਾਂਗ ਚਮਕਦੇ 10 ਸਾਲ ਰਹਿ ਰਹੇ ਹੋਵਾਂਗੇ, ਆਪ ਹੈਰਾਨ ਹੁੰਦੇ ਹੋਵੋਗੇ ਜੇਕਰ ਇਸ ਦਾ ਕੋਈ ਕਿਰਪਾ ਨਾਲ ਹੋਵੇਗਾ। ਪਰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਸੰਦੇਸ਼ ਦੀ ਸਮਾਪਤੀ ਕਰੀਏ, ਆਪ ਅਸਲ ਵਿੱਚ ਸਮਝ ਲਵੋਗੇ ਕਿ ਇਸ ਦਾ ਸੰਬੰਧ ਹੈ। ਹੁਣ ਤੁਹਾਡੇ ਵਿੱਚ ਜ਼ਿਆਦਾਤਰ ਜਾਣਦੇ ਹਨ ਕਿ ਅਸੀਂ ਅਸਲੀਅਤ ਬਾਰੇ ਥੋੜ੍ਹਾ ਜਿਹਾ ਮਖੌਲ ਵੀ ਕੀਤਾ ਸੀ ਕਿ ਇਸ ਅਮੇਜ਼ਿੰਗ ਗ੍ਰੇਸ ਨਾਂ ਦੇ ਭਜਨ ਵਿੱਚ ਜੋ ਆਇਤ ਸਾਡੇ ਵਿੱਚੋਂ ਬਹੁਤਿਆਂ ਦੇ ਮਨ ਪਾਊ ਹੈ, ਉਹ ਇਹ ਐਤ ਹੈ ਜੋ ਅਸਲ ਵਿੱਚ ਜੌਨ ਨਿਊਟਨ ਨੇ ਹੀ ਨਹੀਂ ਸੀ ਲਿਖੀ। ਇਹ ਤਾਂ ਉਸ ਦੇ ਮਨ ਤੋਂ 100 ਸਾਲ ਬਾਅਦ ਉਸ ਦੇ ਭਜਨ ਨਾਲ ਜੋੜੀ ਗਈ ਸੀ ਅਤੇ ਇਹ ਐਤ ਇੱਕ ਮਨੁੱਖ ਦੇ ਦੁਆਰਾ ਜੋੜੀ ਗਈ ਸੀ ਜਿਸ ਦਾ ਨਾਮ ਐਡਵਿਨ ਉਥਲੇ ਸੀ, ਜਿਸ ਨੇ ਇਸ ਆਇਤ ਨੂੰ ਇਸ ਭਜਨ ਨਾਲ ਜੋੜਿਆ ਸੀ। ਉਸ ਨੂੰ ਇਹ ਉਸ ਦੀ ਅਨਵਾਰੀ ਵਿੱਚੋਂ ਮਿਲੀ ਸੀ। ਉਸ ਨੇ ਇਹ ਸ਼ਬਦ ਉਸ ਕਿਤਾਬ ਵਿੱਚ ਪਾਏ ਸਨ ਅਤੇ ਉਸ ਨੇ ਇਹਨਾਂ ਨੂੰ ਅਮੇਜ਼ਿੰਗ ਗ੍ਰੇਸ ਨਾਂ ਦਾ ਭਜਨ ਦੀਆਂ ਪਹਿਲੀਆਂ 3 ਆਇਤਾਂ ਵਿੱਚ ਜੋੜ ਦਿੱਤਾ ਸੀ ਅਤੇ ਇਹ ਉਸ ਨਾਲ ਚਿਪਕ ਗਈ ਅਤੇ ਉਸ ਤੋਂ ਬਾਅਦ ਅਸੀਂ ਹਮੇਸ਼ਾ ਹੀ ਇਸ ਨੂੰ ਇਸੇ ਤਰ੍ਹਾਂ ਪਾਇਆ ਹੈ। ਇਸੇ ਤਰ੍ਹਾਂ ਹੀ ਆਖਰੀ ਆਇਤ ਜਿਸ ਨੂੰ ਅਸੀਂ ਅਕਸਰ ਕਿਸੇ ਬੰਦਗੀ ਸਭਾ ਦੇ ਅੰਤ ਵਿੱਚ ਗਾਉਂਦੇ ਹਾਂ, ਇਹ ਅਮੇਜ਼ਿੰਗ ਗ੍ਰੇਸ ਦਾ ਇੱਕ ਹਿੱਸਾ ਹੈ ਜਿਸ ਨੂੰ ਜੌਨ ਨਿਊਟਨ ਨੇ ਨਹੀਂ ਸੀ ਲਿਖਿਆ। ਪਰ ਜੌਨ ਨਿਊਟਨ ਨੇ 3 ਹੋਰ ਆਇਤਾਂ ਲਿਖੀਆਂ ਸਨ, ਜਿਵੇਂ ਕਿ ਆਪ ਅੱਛੀ ਤਰ੍ਹਾਂ ਜਾਣਦੇ ਹੋ, ਅਤੇ ਉਹ 3 ਦੂਸਰੀਆਂ ਆਇਤਾਂ ਸੱਚਮੁੱਚ ਉਸ ਆਇਤ ਦਾ
ਸਰੇਸ਼ਨ ਜਿਸ ਨੂੰ ਅਸੀਂ ਗਾਉਂਦੇ ਹਾਂ, ਅਸਲ ਵਿੱਚ ਉਹਨਾਂ ਐਤਾਂ ਵਿੱਚ ਇੱਕ ਅਮੇਜ਼ਿੰਗ ਗ੍ਰੇਸ ਨਾਂ ਦਾ ਭਜਨ ਦੀ ਚੌਥੀ ਐਤ ਨਾਲ ਬਹੁਤ ਮਿਲਦੀ ਜੁਲਦੀ ਇਸ ਦੇ ਸ਼ਬਦ ਇਸ ਤਰ੍ਹਾਂ ਹਨ। ਪੌਬ, ਇਹ ਧਰਤੀ ਜਲਦੀ ਹੀ ਬਰਫ਼ ਵਾਂਗ ਘੁਲ ਜਾਵੇਗੀ ਅਤੇ ਸੂਰਜ ਚਮਕਣਾ ਬੰਦ ਕਰ ਦੇਵੇਗਾ, ਪਰ ਉਹ ਪਰਮੇਸ਼ਰ ਜਿਸ ਨੇ ਮੈਨੂੰ ਇੱਥੇ ਹੇਠਾਂ ਬੁਲਾਇਆ ਸੀ, ਉਹ ਹਮੇਸ਼ਾ ਵਾਸਤੇ ਮੇਰਾ ਪਰਮੇਸ਼ਰ ਰਹੇਗਾ। ਅਤੇ ਇਹ ਤਾਂ ਸੱਚ ਹੀ ਹੈ। ਕਿ ਇਹ ਸੱਚ ਨਹੀਂ ਹੈ? ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਉਸ ਦੀ ਕਿਰਪਾ ਸਾਨੂੰ ਮੁਕਤੀ ਤੋਂ ਲੈ ਕੇ ਮਹਿਮਾ ਵਿੱਚ ਪਹੁੰਚਾਉਣ ਤੱਕ ਕਾਫੀ ਹੈ, ਅਤੇ ਇਹ ਸਭ ਦੇ ਵਿਚਕਾਰ ਉਹ ਇਸ ਵਰਤਮਾਨ ਯੁੱਗ ਵਿੱਚ ਸਾਡੀ ਮਦਦ ਕਰਦਾ ਹੈ। ਜੌਨ ਨਿਊਟਨ ਜਿਉਂ-ਜਿਉਂ ਮੌਤ ਦੇ ਨਜ਼ਦੀਕ ਢੁਕਦਾ ਗਿਆ ਸੀ, ਉਸ ਨੇ ਪ੍ਰਭੂ ਦੇ ਨਾਲ ਹੋਣ ਦੀ ਆਪਣੀ ਗਰਮਜੋਸ਼ੀ ਬਾਰੇ ਵੱਧ ਤੋਂ ਵੱਧ ਬਿਆਨ ਕਰਨਾ ਆਰੰਭ ਕਰ ਦਿੱਤਾ ਸੀ। ਹੁਣ ਉਸ ਨੇ ਇਮਾਨਦਾਰੀ ਨਾਲ ਇਸ ਗੱਲ ਦਾ ਇਕਰਾਰ ਕੀਤਾ ਸੀ ਕਿ ਉਹ ਸੇਵਾ ਮੁਕਤ ਨਹੀਂ ਸੀ ਹੋਣਾ ਚਾਹੁੰਦਾ। ਉਸ ਦੇ ਦੋਸਤ ਕੀਲ ਨੇ ਇੱਕ ਦਿਨ ਉਸ ਕੋਲ ਆ ਕੇ ਆਖਿਆ ਸੀ, ਤੇਰੇ ਕੰਨ ਹੁਣ ਚੰਗੀ ਤਰ੍ਹਾਂ ਸੁਣਦੇ ਨਹੀਂ, ਤੇਰੀ ਆਵਾਜ਼ ਵੀ ਵਿਗੜ ਗਈ ਹੈ। ਇਹ ਸਮਾਂ ਹੁਣ ਤੇਰੇ ਲਈ ਸੇਵਾ ਮੁਕਤ ਹੋਣ ਦਾ ਆ ਗਿਆ ਹੈ। ਉਸ ਨੇ ਆਖਿਆ ਕਿ ਇਹ ਬੁੱਢਾ ਅਫਰੀਕਨ ਨਿੰਦਕ ਸੇਵਾ ਕਰਨੀ ਬੰਦ ਕਰ ਦੇਵੇ, ਅਤੇ ਉਸ ਨੇ ਠੀਕ ਅੰਤ ਤੱਕ ਪ੍ਰਚਾਰ ਕਰਨਾ ਜਾਰੀ ਰੱਖਿਆ ਸੀ। ਅਸਲ ਵਿੱਚ ਉਸ ਦਾ ਬੋਝ ਸੇਵਾ ਮੁਕਤੀ ਨਾਲੋਂ ਜ਼ਿਆਦਾ ਸੀ, ਮੌਤ ਬਾਰੇ ਸੀ, ਅਤੇ ਇਸ ਕਰਕੇ ਉਸ ਦੀਆਂ ਸਾਰੀਆਂ ਗੱਲਾਂ ਸੁਰਗ ਨੂੰ ਜਾਣ ਅਤੇ ਕਿਵੇਂ ਪਰਮੇਸ਼ਰ ਉਸ ਨੂੰ ਸਵਰਗ ਵਿੱਚ ਮਿਲਣ ਜਾ ਰਿਹਾ ਸੀ, ਅਤੇ ਕਿਵੇਂ ਉਸ ਦਾ ਸੱਚਮੁੱਚ ਜੀਵਨ ਅੰਤ ਵਿੱਚ ਅਤੇ ਅਦਭੁਤ ਤਰੀਕੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਮਾਪਤ ਹੋਵੇਗਾ, ਇਸੇ ਬਾਰੇ ਹੀ ਸਨ। ਕਿ ਇਹ ਬਿਲਕੁਲ ਪ੍ਰਚਾਰ ਹੀ ਹੈ? ਕਦੇ ਨਹੀਂ। ਪਰ ਜਿੱਥੇ ਤੱਕ ਸਵਰਗ ਨੂੰ ਜਾਣ ਦਾ ਸਬੰਧ ਹੈ, ਉਹ ਇਸ ਲਈ ਤਿਆਰ ਸੀ। ਅਸਲ ਵਿੱਚ ਇੱਕ ਵਾਰ ਉਸ ਨੇ ਇਹ ਵੀ ਆਖਿਆ ਸੀ ਕਿ ਉਸ ਨੇ ਆਪਣਾ ਸਾਰਾ ਸਮਾਨ ਬੰਨ ਲਿਆ ਹੈ ਅਤੇ ਜਾਣ ਲਈ ਤਿਆਰ ਹੈ। ਕਿ ਇਹ ਸਵਰਗ ਬਾਰੇ ਸੋਚਣ ਦਾ ਇੱਕ ਮਹਾਨ ਤਰੀਕਾ ਨਹੀਂ ਹੈ? ਉਹਨੂੰ ਪੂਰੀ ਤਰ੍ਹਾਂ ਬੰਨਿਆ ਹੋਇਆ ਅਤੇ ਸਵਰਗ ਨੂੰ ਜਾਣ ਲਈ ਤਿਆਰ ਸੀ। ਜੀ ਹਾਂ, ਜੇਕਰ ਬਾਈਬਲ ਬਾਣੀ ਦੇ ਨਵੇਂ ਨੇਮ ਵਿੱਚ ਕੋਈ ਵੀ ਇਹੋ ਜਿਹਾ ਭਰਾ ਸੀ ਜੋ ਕਿ ਇਸ ਮਨੁੱਖ ਦੇ ਜੀਵਨ ਦੇ ਸੰਦੇਸ਼ ਬਿਆਨ ਕਰਦਾ ਹੋਇਆ, ਤਦ ਇਹ ਤਾਂ ਤੀਤਸ ਦੀ ਪੱਤਰੀ ਵਿੱਚ ਹੀ ਹੋਵੇਗਾ, ਜਿੱਥੇ ਕਿ ਪਾਲੂਸ ਨੇ ਜਵਾਨ ਤੀਤਸ ਨੂੰ ਕਿਰਪਾ ਬਾਰੇ ਕੁਝ ਸ਼ਬਦ ਲਿਖੇ ਸਨ। ਇਹ ਵਚਨ ਦਾ ਭਾਗ ਨਵੇਂ ਨੇਮ ਵਿੱਚ ਸਾਨੂੰ ਮਿਲਦਾ ਹੈ। ਇੱਕ ਸਭ ਤੋਂ ਵੱਧ ਮਹੱਤਵਪੂਰਨ ਭਾਗ ਹੈ, ਕਿਉਂਕਿ ਇਹ ਕਿਰਪਾ ਨੂੰ ਇਸੇ ਦੇ ਨਜ਼ਰੀਏ ਤੇ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ। ਇਹ ਕਿਰਪਾ ਦਾ ਜ਼ਿਕਰ ਇਸ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਬਾਰੇ ਕਰਦਾ ਹੈ। ਹੁਣ ਆਪ ਆਪਣੀਆਂ ਬਾਈਬਲਾਂ ਖੋਲ ਕੇ ਤੀਤਸ ਦੀ ਪੱਤਰੀ ਦਾ ਦੂਸਰਾ ਅਧਿਆਇ ਕੱਢੋ। ਮੈਂ ਚਾਹੁੰਦਾ ਹਾਂ ਕਿ ਅਸੀਂ ਤੀਤਸ 2 ਅਧਿਆਇ 11 ਤੋਂ 14 ਦੇ ਵਚਨਾਂ ਨੂੰ ਪੜ੍ਹੀਏ। ਆਪ ਆਪਣੀਆਂ ਬਾਈਬਲਾਂ ਵਿੱਚ ਇਸ ਨੂੰ ਮੇਰੇ ਮਗਰ ਪੜ੍ਹੋ। ਕਿਉਂ ਜੋ ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਅਤੇ ਸਾਨੂੰ ਤਾੜਨਾ ਦਿੰਦੀ ਹੈ, ਭਾਈ ਅਸੀਂ ਅਪਕਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ, ਅਤੇ ਉਸ ਸਭ ਆਸ ਦੇ ਅਤੇ ਆਪਣੇ ਮਹਾਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ, ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ। ਭਾਈ ਸਾਰੇ ਇੱਕ ਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮ ਵਿੱਚ ਸਰਗਰਮ ਹੋਵੇ। ਇਹ ਸ਼ਬਦ ਹਰੇਕ ਮਸੀਹੀ ਦੇ ਜੀਵਨ ਦੇ 3 ਪੜਾਵਾਂ ਦਾ ਸਾਰਾਂਸ਼ ਵਰਣਨ ਕਰਦਾ ਹੈ। ਇਹ ਆਪ ਦੇ ਜੀਵਨ, ਮੇਰੇ ਜੀਵਨ, ਜੌਨ ਨਿਊਟਨ ਦੇ ਜੀਵਨ, ਪਾਲੂਸ ਦੇ ਜੀਵਨ ਅਤੇ ਤੀਤਸ ਦੇ ਜੀਵਨ ਦੇ ਸਾਰਾਂਸ਼ ਹਨ। ਹਰੇਕ ਮਸੀਹ ਕਿਰਪਾ ਦੇ 3 ਪੜਾਵਾਂ ਵਿੱਚ ਗੁਜ਼ਰਦਾ ਹੈ, ਅਤੇ ਇਹ ਬੜੀ ਰੋਚਕ ਗੱਲ ਹੈ ਕਿ ਇਸ ਬਾਈਬਲ ਬਾਣੀ ਦੇ ਭਾਗ ਦਾ ਆਰੰਭ ਪਾਲੂਸ ਦੇ ਇਸ ਐਲਾਨ ਨਾਲ ਹੁੰਦਾ ਹੈ ਕਿ ਪਰਮੇਸ਼ਰ ਦੀ ਕਿਰਪਾ ਪ੍ਰਗਟ ਹੋ ਚੁੱਕੀ ਹੈ। ਗੌਰ ਕਰੋ ਕੀ ਆਖਦਾ ਹੈ, ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਹੈ। ਇਹ ਸ਼ਬਦ ਪ੍ਰਗਟ ਹੋਈ ਹੈ ਜੋ ਇੱਕ ਉਹ ਸ਼ਬਦ ਹੈ ਜਿਸ ਤੋਂ ਅਸੀਂ ਇਹ ਸ਼ਬਦ ਪਾਉਂਦੇ ਹਾਂ। ਪਰਮੇਸ਼ਰ ਦੀ ਕਿਰਪਾ ਨੇ ਇੱਕ ਇਹ ਬਣਾਈ ਹੈ ਕਿ ਯੂਨਾਨੀ ਲੋਕ ਇਸ ਸ਼ਬਦ ਦੀ ਵਰਤੋਂ ਉਸ ਦੀ ਵਿਆਖਿਆ ਕਰਨ ਲਈ ਕਰਦੇ ਸਨ ਕਿ ਜਦੋਂ ਸੂਰਜ ਸਵੇਰੇ ਤੜਕੇ ਦੇ ਹਨੇਰੇ ਵਿੱਚ ਹੀ ਚਮਕਦਾ ਹੈ ਤਦ ਕੀ ਵਰਪਦਾ ਹੈ। ਉਹ ਆਖਦੇ ਹਨ ਇਹ ਇੱਕ ਖਾਸ ਸੀ, ਅਚਾਨਕ ਹੀ ਉਹ ਹਨੇਰਾ ਸੂਰਜ ਦੀ ਰੋਸ਼ਨੀ ਦੇ ਦੁਆਰਾ ਢੱਕ ਲਿਆ ਗਿਆ ਸੀ। ਦੋਸਤੋ, ਸਾਡੇ ਨਾਲ ਪ੍ਰੋਗਰਾਮ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਲਾਭ ਲਿਆ ਹੋਵੇਗਾ। ਅੱਜ ਅਸੀਂ ਸਿੱਖਿਆ ਕਿ ਪਰਮੇਸ਼ਰ ਦੀ ਕਿਰਪਾ ਆਸ ਨਾਲ ਭਰਪੂਰ ਹੈ ਅਤੇ ਇਹ ਸ਼ੁਕਰਗੁਜ਼ਾਰੀ ਨਾਲ ਮਿਲ ਕੇ ਚੱਲਦੀ ਹੈ। ਜੇਕਰ ਅਸੀਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰੀਏ ਕਿ ਕਿਰਪਾ ਤੋਂ ਬਗੈਰ ਸਾਡਾ ਜੀਵਨ ਕਿਹੋ ਜਿਹਾ ਸੀ, ਤਾਂ ਸਾਡੇ ਦਿਲ ਪਰਮੇਸ਼ਰ ਦੇ ਪ੍ਰਤੀ ਸ਼ੁਕਰਗੁਜ਼ਾਰੀ ਨਾਲ ਭਰ ਜਾਣਗੇ, ਕਿਉਂਕਿ ਸਾਡੇ ਜੀਵਨ ਦੇ ਵਿੱਚ ਵੀ ਸਵਰਗ ਜਾਣ ਦੀ ਆਸ ਇਸੇ
ਕਿਰਪਾ ਦੀ ਵਜ੍ਹਾ ਨਾਲ ਹੀ ਪੈਦਾ ਹੁੰਦੀ ਹੈ। ਦੋਸਤੋ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਸਾਨੂੰ ਇਜਾਜ਼ਤ ਦਿਓ, ਫੇਰ ਮਿਲਾਂਗੇ ਅਗਲੇ ਪ੍ਰੋਗਰਾਮ ਵਿੱਚ। ਸਾਰਿਆਂ ਨੂੰ ਜੈ ਮਸੀਹ ਦੀ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको पिता हमारा, एक नूर दे बंदे सारे इको पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ, ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ, ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ। ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ, ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ ਹਾਂ, ਕੋਈ ਜਾਣੇ ਨਾ ਜਾਣੇ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।